पेज नंबर 136 ਆਪਾਂ ਪੜ੍ਹਿਆ ਵੀ ਭੋਲੀ ਨੇ ਆਪਦਾ ਪੂਰਾ ਨਾਮ ਰੁਕਦੇ ਰੁਕਦੇ ਬੋਲ ਲਿਆ। ਵੈਲ ਡਨ। ਦ ਟੀਚਰ ਪੈਟਡ ਹਰ। ਪੈਟਡ ਮੈਨੇ ਜਿਵੇਂ ਥਾਪੀ ਦੇਣੀ, ਥਪਥਪਾਉਣਾ, ਜਿਵੇਂ ਪਿੱਠ ਥਪਥਪਾਈ, ਉਹਨੂੰ ਹੌਸਲਾ ਦਿੱਤਾ। ਹਰ ਅਫੈਕਸ਼ਨੇਟਲੀ, ਅਫੈਕਸ਼ਨੇਟਲੀ ਮੈਨੇ ਪਿਆਰ ਨਾਲ। ਪੈਟ ਕਰਨਾ ਕੀ ਦੱਸਿਆ? ਥਪਥਪਾਉਣਾ, ਜਿਵੇਂ ਪਿੱਠ ਤੇ ਥਾਪਣਾ ਦੇਣੀ। ਐਂਡ ਅਫੈਕਸ਼ਨੇਟਲੀ ਮੈਨੇ ਪਿਆਰ ਨਾਲ। ਐਂਡ ਸੈਡ ਸ਼ਾਬਾਸ਼ੀ ਦੇਣੀ, ਐਂ ਕਹਿ ਸਕਦੇ ਹੋ। ਐਂਡ ਸੈਡ ਪੁੱਟ ਦਾ ਫੀਅਰ ਆਊਟ ਆਫ ਯੋਰ ਹਾਰਟ। ਆਪਦੇ ਦਿਲ ਵਿੱਚੋਂ ਡਰ ਕੱਢ ਦੇ। ਐਂਡ ਯੂ ਵਿਲ ਬੀ ਏਬਲ ਟੂ ਸਪੀਕ ਲਾਈਕ ਐਵਰੀਵਨ ਐਲਸ। ਤਾਂ ਤੂੰ ਸਾਰਿਆਂ ਵਾਂਗੂ, ਦੂਜਿਆਂ ਵਾਂਗੂ ਬੋਲ ਸਕੇਂਗੀ। ਤਾਂ ਹੁਣ ਆਪਾਂ ਇੱਥੇ ਨੋਟ ਕਰਨੀ ਹੈ ਬੇਟੇ, ਕਿਤੇ ਤਾਂ ਪਿਤਾ ਨੇ ਉਹਨੂੰ ਮੂਰਖ ਕਿਹਾ ਸੀ, ਪਰ ਉਸਦੀ ਜਿਹੜੀ ਇਹ ਟੀਚਰ ਹੈ ਉਸ ਨੂੰ ਹੌਸਲਾ ਦੇ ਰਹੀ ਹੈ ਤੇ ਨਾਲ ਇਹ ਕਹਿ ਰਹੀ ਹੈ ਵੀ ਜੇ ਤੂੰ ਆਪਦੇ ਦਿਲ ਵਿੱਚੋਂ ਡਰ ਕੱਢ ਦੇਂਗੀ ਨਾ, ਇਹ ਜਿਹੜਾ ਹਕਲਾਣ ਦੀ ਬਿਮਾਰੀ ਹੁੰਦੀ ਹੈ ਨਾ, ਇਹ ਡਰ ਕਰਕੇ ਹੁੰਦੀ ਹੈ। ਜੇ ਤੂੰ ਆਪਦੇ ਮਨ ਵਿੱਚੋਂ ਡਰ ਕੱਢ ਦੇਂਗੀ ਤਾਂ ਤੂੰ ਬਾਕੀ ਸਾਰਿਆਂ ਵਾਂਗੂ ਬੋਲ ਸਕੇਂਗੀ। ਭੋਲੀ ਲੁਕਡ ਅਪ ਐਜ਼ ਇਫ ਟੂ ਆਸਕ ਰੀਅਲੀ। ਭੋਲੀ ਜਿਹੜੀ ਹੈ ਉਹ ਟੀਚਰ ਵੱਲ ਉੱਪਰ ਸਿਰ ਕਰਕੇ ਦੇਖਦੀ ਹੈ, ਜਿਵੇਂ ਕਿ ਪੁੱਛ ਰਹੀ ਹੋਵੇ ਵੀ ਸੱਚੀ, ਵੀ ਸੱਚੀ ਮੈਂ ਬੋਲੂੰਗੀ ਇੰਜ। ਯੈਸ ਯੈਸ ਇਟ ਵਿਲ ਬੀ ਵੈਰੀ ਈਜ਼ੀ। ਇਹ ਬੜਾ ਆਸਾਨ ਹੋਊਗਾ। ਯੂ ਜਸਟ ਕਮ ਟੂ ਸਕੂਲ ਐਵਰੀ ਡੇ। ਤੂੰ ਬਸ ਰੋਜ਼ ਸਕੂਲ ਆਣਾ ਹੈ। ਵਿਲ ਯੂ ਕਮ, ਕੀ ਤੂੰ ਆਏਂਗੀ? ਭੋਲੀ ਨੋਡਡ। ਭੋਲੀ ਨੇ ਨੋਡ ਕੀਤਾ। ਨੋਡ ਮੈਨੂੰ ਹੁੰਦਾ ਬੇਟੇ ਸਿਰ ਹਿਲਾ ਕੇ ਦੱਸਣਾ, ਸਿਰ ਹਿਲਾਉਣਾ। ਮਤਲਬ ਸਿਰ ਹਿਲਾਉਣਾ ਯੈਸ ਵਿੱਚ ਵੀ ਹੋ ਸਕਦਾ ਤੇ ਨੋ ਵਿੱਚ ਵੀ ਹੋ ਸਕਦਾ। ਪਰ ਇੱਥੇ ਉਹਨੇ ਕੀ ਕਿਹਾ? ਨੋ ਸੇ ਇਟ ਅਲਾਉਡ। ਟੀਚਰ ਉਹਨੂੰ ਕੀ ਕਹਿੰਦੀ ਹੈ? ਨਹੀਂ ਵੀ ਸਿਰ ਨਹੀਂ ਹਿਲਾਉਣਾ, ਸਿਰ ਹਿਲਾ ਕੇ ਨਹੀਂ ਦੱਸਣਾ ਯੈਸ ਨੋ। ਉਹ ਕਹਿੰਦੇ ਵੀ ਤੂੰ ਬੋਲ ਕੇ ਦੱਸ, ਅਲਾਉਡ, ਉੱਚੀ ਬੋਲ। ਹੁਣ ਕੀ ਬੋਲਦੀ ਹੈ? ਯੈਸ। ਉਹ ਮਤਲਬ ਕਿ ਅਟਕਦੀ ਹੋਈ, ਹਕਲਾਉਂਦੀ ਹੋਈ ਯੈਸ ਵਰਡ ਬੋਲਦੀ ਹੈ। ਐਂਡ ਭੋਲੀ ਹਰਸੈਲਫ ਵਾਜ਼ ਅਸਟੋਨਿਸ਼ਡ। ਤੇ ਭੋਲੀ ਖੁਦ, ਭੋਲੀ ਹਰਸੈਲਫ ਖੁਦ ਉਹ ਐਸਟੋਨਿਸ਼ ਹੋ ਜਾਂਦੀ ਹੈ, ਹੈਰਾਨ ਹੋ ਜਾਂਦੀ ਹੈ ਬਈ ਮੈਂ ਇੰਜ ਬੋਲ ਪਾਈ। ਦੈਟ ਸ਼ੀ ਹੈਡ ਬੀਨ ਏਬਲ ਟੂ ਸੇ ਇਟ, ਕਿ ਉਹ ਇਹ ਕਹਿ ਪਾਈ ਸੀ। ਉਹ ਡਿਡਨਟ ਆਈ ਟੈਲ ਯੂ, ਕਿ ਮੈਂ ਤੈਨੂੰ ਦੱਸਿਆ ਨਹੀਂ ਸੀ। ਨਾਓ ਟੇਕ ਦਿਸ ਬੁੱਕ, ਹੁਣ ਇਹ ਤੂੰ ਆਪਦੀ ਬੁੱਕ ਲੈ ਲੈ। ਦ ਬੁੱਕ ਵਾਜ਼ ਫੁੱਲ ਆਫ ਨਾਈਸ ਪਿਕਚਰਸ। ਬੁੱਕ ਵਿੱਚ ਵਧੀਆ ਤਸਵੀਰਾਂ ਸਨ। ਐਂਡ ਦ ਪਿਕਚਰਸ ਵਰ ਇਨ ਕਲਰ, ਤੇ ਤਸਵੀਰਾਂ ਕਲਰਫੁਲ ਸੀਗੀਆਂ। ਡੌਗ, ਕੈਟ, goat, horse, parrot, tiger, and a cow, just like Lakshmi. And with every picture was a word in black letters. ਬੁੱਕ ਦੇ ਵਿੱਚ ਕੀ ਸੀਗੀਆਂ? ਤਸਵੀਰਾਂ ਸੀ, ਵੱਖ-ਵੱਖ ਤਸਵੀਰਾਂ ਸੀ ਤੇ ਉਹਦੇ ਨਾਲ ਇੱਕ ਵਰਡ ਲਿਖਿਆ ਹੁੰਦਾ ਸੀਗਾ ਬਲੈਕ ਲੈਟਰਸ ਵਿੱਚ, ਕਾਲੇ ਅੱਖਰਾਂ ਵਿੱਚ ਨਾਲ ਨਾਮ ਲਿਖੇ ਸੀ ਉਹਨਾਂ ਦੇ। ਇਨ 1 month you will be able to read this book. ਹੁਣ ਟੀਚਰ ਉਹਨੂੰ ਕੀ ਕਹਿੰਦੀ ਹੈ? 1 ਮਹੀਨੇ ਦੇ ਵਿੱਚ ਤੂੰ ਇਹ ਕਿਤਾਬ ਪੜ੍ਹਨ ਯੋਗ ਹੋ ਜਾਏਂਗੀ, ਤੂੰ ਪੜ੍ਹ ਸਕੇਂਗੀ। ਦੈਨ ਆਈ ਵਿਲ ਗਿਵ ਯੂ ਏ ਬਿਗਰ ਬੁੱਕ, ਫਿਰ ਮੈਂ ਤੈਨੂੰ ਇਸ ਤੋਂ ਵੱਡੀ ਕਿਤਾਬ ਦੇ ਦੂੰ। ਦੈਨ ਸਟਿਲ ਬਿਗਰ ਵਨ, ਫਿਰ ਇਸ ਤੋਂ ਵੀ ਵੱਡੀ। ਇਨ ਟਾਈਮ ਯੂ ਵਿਲ ਬੀ ਮੋਰ ਲਰਨਡ ਦੈਨ ਐਨੀਵਨ ਐਲਸ ਇਨ ਦਾ ਵਿਲੇਜ। ਤੇ ਟਾਈਮ ਪਾ ਕੇ ਤੂੰ ਪਿੰਡ ਦੀ ਸਭ ਤੋਂ ਪੜ੍ਹੀ ਲਿਖੀ, ਸਭ ਤੋਂ ਵੱਧ ਪੜ੍ਹੀ ਹੋਈ ਤੂੰ ਲੜਕੀ ਬਣ ਜਾਏਂਗੀ। ਦੈਨ no one will ever be able to laugh at you, ਫਿਰ ਕੋਈ ਵੀ ਤੇਰੇ ਤੇ ਹੱਸ ਨਹੀਂ ਸਕੇਗਾ। ਦੇਖੋ ਬੇਟੇ, ਪੜ੍ਹਾਈ ਦੇ ਵਿੱਚ ਤੇ ਨੌਲੇਜ ਦੇ ਵਿੱਚ ਇਹੋ ਜਿਹੀ ਪਾਵਰ ਹੁੰਦੀ ਹੈ, ਫਿਰ ਕੋਈ ਜਣਾ ਉਹਦਾ ਮਜ਼ਾਕ ਨਹੀਂ ਉਡਾ ਪਾਊਗਾ। ਪੀਪਲ ਵਿਲ ਲਿਸਨ ਟੂ ਯੂ ਵਿਦ ਰਿਸਪੈਕਟ। ਲੋਕੀ ਤੈਨੂੰ ਰਿਸਪੈਕਟ ਨਾਲ, ਆਦਰ ਨਾਲ ਸੁਣਨਗੇ। ਵੀ ਇਹ ਨਹੀਂ ਵੀ ਕੋਈ ਐਵੇਂ ਜੇ ਬੰਦਾ ਬੋਲੀ ਜਾਂਦਾ ਹੈ ਜਾਂ ਲੜਕੀ ਬੋਲੀ ਜਾਂਦੀ ਹੈ, ਤੈਨੂੰ ਰਿਸਪੈਕਟ ਦਿੱਤੀ ਜਾਊਗੀ। ਐਂਡ ਯੂ ਵਿਲ ਬੀ ਏਬਲ ਟੂ ਸਪੀਕ ਵਿਦਾਊਟ ਸਲਾਈਟੈਸਟ ਸਟੈਮਰ, ਤੇ ਬਿਲਕੁਲ ਥੋੜੇ ਜਿਹੇ ਸਟੈਮਰ ਤੋਂ ਬਿਨਾਂ ਵੀ ਤੂੰ ਬੋਲ ਪਾਏਂਗੀ। ਮਤਲਬ ਕਿ ਤੂੰ ਥੋੜਾ ਵੀ ਨਹੀਂ ਹਕਲਾਣਾ, ਬਿਲਕੁਲ ਵੀ ਨਹੀਂ ਹਕਲਾਣਾ, ਤੂੰ ਵਧੀਆ ਬੋਲ ਸਕੇਂਗੀ। ਅੰਡਰਸਟੈਂਡ? ਸਮਝ ਆ ਗਈ? ਨਾਓ ਗੋ ਹੋਮ ਐਂਡ ਕਮ ਬੈਕ ਅਰਲੀ ਟੁਮਾਰੋ ਮਾਰਨਿੰਗ। ਹੁਣ ਤੂੰ ਘਰ ਜਾ ਤੇ ਕੱਲ ਸੁਬਾਹ ਜਲਦੀ ਵਾਪਸ ਆ ਜੀ। ਨੈਕਸਟ ਪੜ੍ਹਦੇ ਹਾਂ ਆਪਾਂ। Polly felt as if suddenly all the bells in the village temple were ringing and the trees in front of the schoolhouse had blossomed into a big red flowers. ਹੁਣ ਦੇਖੋ, ਟੀਚਰ ਦੀਆਂ ਇਹੋ ਜਿਹੀਆਂ ਗੱਲਾਂ ਨਾਲ, ਹੌਸਲਾ ਦੇਣ ਵਾਲੀਆਂ ਗੱਲਾਂ ਨਾਲ ਭੋਲੀ ਨੇ ਅਚਾਨਕ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਪਿੰਡ ਦੇ ਮੰਦਰ ਦੀਆਂ ਘੰਟੀਆਂ ਖੜਕਾ ਰਹੀਆਂ ਹਨ ਤੇ ਟਰੀਜ਼ ਜਿਹੜੇ ਹੈ
ਉਸਦੇ ਜਿਹੜੇ ਸਕੂਲ ਦੇ ਸਾਹਮਣੇ ਆ ਉਹਨਾਂ ਵਿੱਚ ਬਹੁਤ ਵੱਡਾ ਰੈੱਡ ਕਲਰ ਦਾ ਫਲਾਵਰਸ ਆ ਗਿਆ। ਕਹਿਣ ਦਾ ਮਤਲਬ ਉਹਨਾਂ ਦਾ ਮਨ ਖੁਸ਼ ਹੋ ਰਿਹਾ। ਹਰ ਹਾਰਟ ਵਾਜ਼ ਥਰੋਬਿੰਗ, ਉਸਦਾ ਦਿਲ ਧੜਕ ਰਿਹਾ ਸੀ। ਥਰੋਬਿੰਗ ਮੈਨੇ ਧੜਕਣਾ, ਉਸਦਾ ਦਿਲ ਧੜਕ ਰਿਹਾ ਸੀ। ਵਿਦ ਏ ਨਿਊ ਹੋਪ, ਨਵੀਂ ਉਮੀਦ ਨਾਲ, ਉਹਦੇ 'ਚ ਨਵੀਂ ਉਮੀਦ ਬਣ ਗਈ ਸੀ। ਐਂਡ ਨਿਊ ਲਾਈਫ, ਤੇ ਨਵੀਂ ਜ਼ਿੰਦਗੀ ਨਾਲ। ਦਸ ਦਾ ਈਅਰਸ ਪਾਸਡ, ਇਸ ਤਰ੍ਹਾਂ ਸਾਲ ਲੰਘਦੇ ਗਏ। ਦਾ ਵਿਲੇਜ ਬਿਕੇਮ ਏ ਸਮਾਲ ਟਾਊਨ, ਤਾਂ ਸਾਲ ਲੰਘਣ ਤੋਂ ਬਾਅਦ ਵਿਲੇਜ ਕਿੰਦੇ ਵਿੱਚ ਕਨਵਰਟ ਹੋ ਗਿਆ, ਇੱਕ ਤਰ੍ਹਾਂ ਛੋਟਾ ਜਿਹਾ ਨਗਰ ਬਣ ਗਿਆ। ਦ ਲਿਟਲ ਪ੍ਰਾਇਮਰੀ ਸਕੂਲ ਬਿਕੇਮ ਏ ਹਾਈ ਸਕੂਲ, ਹੁਣ ਉਹ ਜਿਹੜਾ ਇਹਨਾਂ ਦਾ ਪ੍ਰਾਇਮਰੀ ਸਕੂਲ ਬਣਿਆ ਸੀਗਾ ਉਹ ਅਪਗ੍ਰੇਡ ਹੋ ਕੇ ਕੀ ਬਣ ਗਿਆ, ਹਾਈ ਸਕੂਲ। ਦੇਅਰ ਵਰ ਨਾਓ ਏ ਸਿਨੇਮਾ ਅੰਡਰ ਏ ਟਿਨ ਸ਼ੈੱਡ, ਹੁਣ ਪਿੰਡ ਵਿੱਚ ਇੱਕ ਸਿਨੇਮਾ ਵੀ ਬਣ ਗਿਆ ਸੀ, ਜਿਹੜਾ ਕਿ ਵੈਸੇ ਤਾਂ ਟਿਨ ਸ਼ੈੱਡ ਬਣਿਆ ਹੋਇਆ ਸੀਗਾ, ਕੋਈ ਬਿਲਡਿੰਗ ਨਹੀਂ ਸੀ, ਪਰ ਟੀਨ ਦਾ ਸ਼ੈੱਡ ਬਣਿਆ ਹੋਇਆ ਸੀ। ਐਂਡ ਕੋਟਨ ਗਿਨਿੰਗ ਮਿਲ, ਇੱਕ ਮਿਲ ਵੀ ਲੱਗ ਗਈ ਸੀ ਕੋਟਨ ਦੀ। ਦਾ ਮੇਲ ਟ੍ਰੇਨ ਬਿਗੇਨ ਟੂ ਸਟੋਪ ਐਟ ਦਾ ਰੇਲਵੇ ਸਟੇਸ਼ਨ, ਤੇ ਰੇਲਵੇ ਸਟੇਸ਼ਨ ਤੇ ਗੱਡੀ ਵੀ ਰੁਕਣੀ ਸ਼ੁਰੂ ਹੋ ਗਈ ਸੀ। ਕਹਿਣ ਦਾ ਮਤਲਬ ਕਿ ਹੁਣ ਜਿਹੜਾ ਇਹਨਾਂ ਦੇ ਪਿੰਡ ਦਾ ਜਿਹੜਾ ਸਟੇਸ਼ਨ ਸੀ, ਰੇਲਵੇ ਸਟੇਸ਼ਨ, ਉੱਥੇ ਟ੍ਰੇਨਾਂ ਵੀ ਰੁਕਣੀਆਂ ਸ਼ੁਰੂ ਹੋ ਗਈਆਂ ਸੀ। ਵਨ ਨਾਈਟ ਆਫਟਰ ਡਿਨਰ ਰਾਮ ਲਾਲ ਸੈਡ ਟੂ ਹਿਜ਼ ਵਾਈਫ, ਦੈਨ ਸ਼ੈਲ ਆਈ ਐਕਸੈਪਟ ਬਿਸ਼ੰਬਰਜ਼ ਪ੍ਰਪੋਜ਼ਲ। ਤਦ ਫਿਰ ਰਾਮ ਲਾਲ ਆਪਦੀ ਪਤਨੀ ਨੂੰ ਕਹਿੰਦਾ ਕਿ ਫਿਰ ਮੈਂ ਬਿਸ਼ੰਬਰ ਦਾ ਪ੍ਰਸਤਾਵ ਮੈਂ ਸਵੀਕਾਰ ਕਰ ਲਵਾਂ। ਯੈਸ ਸਰਟਨਲੀ ਹਿਜ਼ ਵਾਈਫ ਸੈਡ, ਭੋਲੀ ਵਿਲ ਬੀ ਲੱਕੀ ਟੂ ਗੈਟ ਸੱਚ ਏ ਵੈਲ ਟੂ ਡੂ ਬ੍ਰਾਈਡਗਰੂਮ। ਤਾਂ ਹੁਣ ਆਪਾਂ ਨੂੰ ਪਤਾ ਲੱਗਦਾ ਪਿਆ ਵੀ ਭੋਲੀ ਦਾ ਪਿਤਾ ਤੇ ਉਹਦੀ ਮਾਤਾ ਉਸਦੇ ਰਿਸ਼ਤੇ ਦੀ ਗੱਲ ਕਰਦੇ ਪਏ ਹੈ। ਪਿਤਾ ਪੁੱਛਦਾ ਪਿਆ ਕਿ ਮੈਂ ਬਿਸ਼ੰਬਰ ਦਾ ਪ੍ਰਸਤਾਵ ਸਵੀਕਾਰ ਕਰ ਲਾਂ, ਤਾਂ ਮਾਂ ਉਹਦੀ ਕੀ ਕਹਿ ਰਹੀ ਹੈ ਵੀ ਭੋਲੀ ਲੱਕੀ ਹੋਊਗੀ ਜੇ ਉਹਨੂੰ ਇਸ ਤਰ੍ਹਾਂ ਦਾ ਵਧੀਆ ਬ੍ਰਾਈਡਗਰੂਮ ਮਿਲ ਜਾਂਦਾ। ਤਾਂ ਵੈਲ ਟੂ ਡੂ ਮਤਲਬ ਜਿਹੜਾ ਕਿ ਸਰਦਾ ਪੁੱਜਦਾ ਕਹਿ ਲਓ। ਏ ਬਿਗ ਸ਼ੌਪ, ਏ ਹਾਊਸ ਆਫ ਹਿਜ਼ ਓਨ, ਉਹਦੀ ਇੱਕ ਵੱਡੀ ਦੁਕਾਨ ਹੈ, ਆਪਦਾ ਘਰ ਹੈ। ਐਂਡ ਆਈ ਹੀਅਰ ਸੈਵਰਲ ਥਾਊਜ਼ੈਂਡ ਇਨ ਦਾ ਬੈਂਕ, ਤੇ ਬੈਂਕ ਵਿੱਚ ਵੀ ਬਹੁਤ ਪੈਸੇ ਆ ਉਹਦੇ ਕੋਲ, ਮੈਂ ਸੁਣਿਆ। ਮੋਰ ਓਵਰ ਹੀ ਇਜ਼ ਨਾਟ ਆਸਕਿੰਗ ਫॉर ਐਨੀ ਡੋਰੀ, ਤੇ ਇਸ ਤੋਂ ਵੱਧ ਕੇ ਇੱਕ ਗੱਲ ਹੈ ਵੀ ਉਹ ਕੋਈ ਦਹੇਜ ਵੀ ਨਹੀਂ ਮੰਗ ਰਿਹਾ। ਦੈਟਸ ਰਾਈਟ ਬਟ ਹੀ ਇਜ਼ ਨਾਟ ਸੋ ਯੰਗ, ਇਹ ਤਾਂ ਗੱਲ ਠੀਕ ਹੈ ਪਰੰਤੂ ਉਹ ਇੰਨਾ ਯੰਗ ਨਹੀਂਗਾ, ਮਤਲਬ ਕਿ ਉਸਦੀ ਉਮਰ ਵੱਡੀ ਹੈ। ਯੂ ਨੋ ਆਲਮੋਸਟ ਦਾ ਏਜ ਉਹ ਐਜ਼ ਆਈ ਐਮ, ਤੇ ਲਗਭਗ ਉਹ ਮੇਰੀ ਉਮਰ ਦਾ ਹੀ ਹੈ। ਐਂਡ ਹੀ ਆਲਸੋ ਲਿੰਪਸ, ਤੇ ਉਹ ਲੰਗੜਾਉਂਦਾ ਵੀ ਹੈ। ਲਿੰਪ ਕਰਨਾ ਹੁੰਦਾ ਹੈ ਲੰਗੜਾ ਕੇ ਚੱਲਣਾ। ਮੋਰ ਓਵਰ the children from his first wife are quite grown up, ਤੇ ਇਸ ਤੋਂ ਇਲਾਵਾ ਜਿਸ ਦੇ ਪਹਿਲੀ ਪਤਨੀ ਦੇ ਬੱਚੇ ਹੈ ਉਹ ਕੁਆਇਟ ਕਾਫੀ, ਮਤਲਬ ਕਾਫੀ ਗਰੋਨ ਅਪ ਹੋ ਚੁੱਕੇ ਹੈ, ਉਹ ਵੱਡੇ ਹੋ ਚੁੱਕੇ ਹੈ। ਗਰੋਨ ਅਪ ਮੈਨੇ ਵੱਡੇ ਹੋ ਜਾਣਾ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਭੋਲੀ ਦਾ ਵਿਆਹ ਇੱਕ ਇਸ ਤਰ੍ਹਾਂ ਦੇ ਬੰਦੇ ਨਾਲ ਕਰਨ ਦਾ ਸੋਚਦੇ ਪਏ ਹੈ ਜਿਹਦਾ ਪਹਿਲਾਂ ਵਿਆਹ ਹੋਇਆ ਹੈ, ਉਸਦੇ ਵੱਡੇ ਬੱਚੇ ਹੈ, ਉਹ ਲੰਗੜਾ ਕੇ ਵੀ ਚੱਲਦਾ ਹੈ, ਉਸਦੀ ਉਮਰ ਲਗਭਗ ਉਸਦੇ ਪਿਤਾ ਦੇ ਬਰਾਬਰ ਹੀ ਹੈ। ਸੋ ਵਾਟ ਡਜ਼ ਇਟ ਮੈਟਰ, ਹਿਜ਼ ਵਾਈਫ ਰਿਪਲਾਈਡ, ਪਤਨੀ ਕੀ ਕਹਿੰਦੀ ਹੈ ਫਿਰ ਕੀ ਫਰਕ ਪੈਂਦਾ 45 ਔਰ 50, ਵੀ 45 ਹੋਏ ਕਿ 50 ਹੋਏ, ਇਟ ਇਜ਼ ਨਾਟ ਨੋ ਗ੍ਰੇਟ ਏਜ ਫॉर ਏ ਮੈਨ, ਇਹ ਆਦਮੀਆਂ ਲਈ ਕੋਈ ਵੱਡੀ ਉਮਰ ਨਹੀਂ ਹੈਗੀ। ਵੀ ਆਰ ਲੱਕੀ ਦੈਟ ਹੀ ਇਜ਼ ਫਰੋਮ ਅਨਦਰ ਵਿਲੇਜ, ਇਹ ਲੱਕੀ ਗੱਲ ਹੈ, ਇੱਕ ਚੰਗੀ ਗੱਲ ਹੈ, ਕਿਸਮਤ ਵਾਲੀ ਗੱਲ ਹੈ ਕਿ ਉਹ ਕਿਸੇ ਹੋਰ ਪਿੰਡ ਦਾ ਹੈ। ਐਂਡ ਡਜ਼, ਨੈਕਸਟ ਪੇਜ, ਡਜ਼ ਨਾਟ ਨੋ ਅਬਾਊਟ ਹਰ ਪੋਕ ਮਾਰਕਸ, ਤੇ ਉਸਨੂੰ ਉਸਦੇ ਪੋਕ ਮਾਰਕਸ ਬਾਰੇ ਨਹੀਂ ਪਤਾ। ਆਪਾਂ ਪਹਿਲਾਂ ਪੜ੍ਹਿਆ ਸੀ ਨਾ ਬੇਟੇ, ਜਦੋਂ ਉਹ ਛੋਟੀ ਸੀ ਤਾਂ ਉਸਦੇ ਮਾਤਾ ਨਿਕਲਣ ਕਰਕੇ ਜਾਂ ਦਾਗ ਪੈ ਗਏ ਸੀ, ਉਹਦੀ ਸਾਰੀ ਬੋਡੀ ਡਿਸਫਿਗਰਡ ਹੋ ਗਈ ਸੀ। ਐਂਡ ਹਰ ਲੈਕ ਆਫ ਸੈਂਸ, ਤੇ ਉਹਨੂੰ ਇਹ ਵੀ ਨਹੀਂ ਪਤਾ ਵੀ ਇਹਦੇ 'ਚ ਲੈਕ ਆਫ ਸੈਂਸ ਹੈ, ਮਤਲਬ ਉਹਨੂੰ ਸਮਝ ਨਹੀਂ ਹੈਗੀ। ਇਫ ਵੀ ਡੋਂਟ ਐਕਸੈਪਟ ਦਿਸ ਪ੍ਰਪੋਜ਼ਲ ਸ਼ੀ ਮੇ ਰਿਮੇਨ ਅਨਮੈਰਿਡ ਆਲ ਹਰ ਲਾਈਫ, ਜੇ ਅਸੀਂ ਉਸਦਾ ਪ੍ਰਸਤਾਵ ਸਵੀਕਾਰ ਨਾ ਕੀਤਾ ਤਾਂ ਉਹ ਸਾਰੀ ਉਮਰ ਅਨਮੈਰਿਡ ਰਹੂਗੀ। ਯੈਸ ਬਟ ਆਈ ਵੰਡਰ ਵਾਟ ਭੋਲੀ ਵਿਲ ਸੇ, ਪਰੰਤੂ ਮੈਂ ਸੋਚ ਰਿਹਾ ਸੀ, ਹੈਰਾਨ ਹੋ ਰਿਹਾ ਸੀ ਵੀ ਭੋਲੀ ਕੀ ਕਹੂਗੀ। ਵਟ ਵਿਲ ਦੈਟ ਵਿਟਲੈਸ ਵਨ ਸੇ, ਉਹ ਬੇਸਮਝ ਕੀ ਕਹਿਣਾ ਉਹਨੇ। ਸ਼ੀ ਇਜ਼ ਲਾਈਕ ਏ ਡੰਬ ਕਾਓ, ਉਹ ਇੱਕ ਗੂੰਗੀ ਕਾਓ ਗਾਂ ਵਾਂਗ ਹੈ। ਮੇ ਬੀ ਯੂ ਆਰ ਰਾਈਟ, ਸ਼ਾਇਦ ਤੂੰ ਠੀਕ ਹੈ। ਮਟਰਡ ਰਾਮ ਲਾਲ, ਰਾਮ ਲਾਲ ਮਟਰ ਕਰਦਾ ਮਤਲਬ ਹੌਲੀ ਹੌਲੀ ਬੋਲਦਾ।
In the other corner of the courtyard, Polly lay awake on her coat. ਵਿਹੜੇ ਦੇ ਵਿੱਚ ਇੱਕ ਕੋਰਨਰ ਦੇ ਵਿੱਚ ਭੋਲੀ ਆਪਦੇ ਮੰਜੇ ਤੇ ਲੇਟੀ ਹੋਈ ਸੀ, ਅਵੇਕ ਸੀ, ਜਾਗਦੀ ਪਈ ਸੀ, ਲਿਸਨਿੰਗ ਟੂ ਹਰ ਪੇਰੈਂਟਸ, ਤੇ ਉਹ ਆਪਦੀਆਂ ਪਿਤਾ ਮਾਤਾ ਪਿਤਾ ਦੀਆਂ ਗੱਲਾਂ ਉਹ ਸੁਣ ਰਹੀ ਸੀ, ਜਿਹੜੀਆਂ ਵਿਸਪਰਡ ਕਨਵਰਸੇਸ਼ਨ ਹੈ ਨਾ, ਉਹਨਾਂ ਦੀ ਹੌਲੀ ਹੌਲੀ ਆਵਾਜ਼ ਵਿੱਚ, ਵਿਸਪਰਡ ਮਤਲਬ ਹੌਲੀ ਆਵਾਜ਼ ਵਿੱਚ, ਕਨਵਰਸੇਸ਼ਨ ਨੇ ਗੱਲਬਾਤ, ਵੀ ਮਾਤਾ ਪਿਤਾ ਉਸਦੇ ਹੌਲੀ ਹੌਲੀ ਗੱਲਾਂ ਕਰਦੇ ਪਏ ਨਾ, ਭੋਲੀ ਉਹ ਸੁਣਦੀ ਪਈ ਸੀ। ਬਿਸ਼ੰਬਰ ਨਾਥ ਵਾਜ਼ ਏ ਵੈਲ ਟੂ ਡੂ ਗਰੋਸਰ। ਬਿਸ਼ੰਬਰ ਨਾਥ ਬਾਰੇ ਹੁਣ ਦੱਸਿਆ ਬੇਟੇ, ਉਹ ਇੱਕ ਵੈਲ ਟੂ ਡੂ ਗਰੋਸਰ ਸੀ, ਉਸਦੀ ਇੱਕ ਜਿਵੇਂ ਇੱਕ ਸਟੋਰ ਸੀਗਾ ਗਰੋਸਰੀ ਦਾ, ਖਾਣ ਪੀਣ ਵਾਲੀਆਂ ਵਸਤੂਆਂ ਜਾਂ ਕਰਿਆਨੇ ਦਾ ਸਮਾਨ ਜਿਵੇਂ ਹੁੰਦਾ ਨਾ। ਹੀ ਕੇਮ ਵਿਦ ਏ ਬਿਗ ਪਾਰਟੀ ਆਫ ਫਰੈਂਡਸ ਐਂਡ ਰਿਲੇਸ਼ਨਸ ਵਿਦ ਹਿਮ ਫॉर ਦਾ ਵੈਡਿੰਗ। ਹੁਣ ਜਦੋਂ ਵੈਡਿੰਗ ਦਾ ਸਮਾਂ ਆ ਗਿਆ ਨਾ, ਹੁਣ ਉਹਨਾਂ ਨੇ ਡਿਸਾਈਡ ਕਰ ਲਿਆ ਸੀਗਾ, ਹੁਣ ਬਰਾਤ ਆ ਗਈ, ਬਿਗ ਪਾਰਟੀ ਆ ਗਈ, ਆਦੇ ਦੋਸਤਾਂ ਮਿੱਤਰਾਂ ਨਾਲ ਉਹ ਆ ਗਿਆ। A brass band playing a popular tune from an Indian film headed the procession। ਹੁਣ ਜਿਵੇਂ ਵਾਜਿਆਂ ਵਾਲੇ ਕੋਈ ਗਾਣਾ ਦੀ ਧੁਨ ਗਾਉਂਦੇ ਆ ਨਾ, ਜਿਵੇਂ ਉਸ ਤਰ੍ਹਾਂ ਉਹ ਜਿਹੜੇ ਵਾਜਿਆਂ ਵਾਲੇ ਵਾਜੇ ਵਜਾ ਰਹੇ ਸੀਗੇ, ਬਰਾਸ ਬੈਂਡ ਜਿਹੜਾ ਉਹ ਪਲੇ ਹੋ ਰਿਹਾ ਸੀਗਾ, ਤੇ ਨਾਲ ਕੀ ਦੱਸਿਆ, ਵਿਦ ਦਾ ਬ੍ਰਾਈਡਗਰੂਮ ਰਾਈਡਿੰਗ ਏ ਡੈਕੋਰੇਟਡ ਹੋਰਸ, ਤੇ ਇੱਕ ਘੋੜੇ ਤੇ ਸਵਾਰ ਹੋ ਕੇ ਜਾਂ ਘੋੜੀ ਤੇ ਸਵਾਰ ਹੋ ਕੇ, ਜਿਹੜਾ ਡੈਕੋਰੇਟਡ ਮੈਨੇ ਸਜਾਈ ਹੋਈ ਘੋੜੀ ਤੇ ਸਵਾਰ ਹੋ ਕੇ ਜਿਹੜਾ ਬ੍ਰਾਈਡਗਰੂਮ ਆ ਰਿਹਾ ਸੀ। ਰਾਮ ਲਾਲ ਵਾਜ਼ ਓਵਰਜੋਇਡ। ਰਾਮ ਲਾਲ ਬਹੁਤ ਖੁਸ਼ ਹੋ ਰਿਹਾ ਸੀ, ਓਵਰਜੋਇਡ ਹੋਏ ਨਾ, ਬਹੁਤ ਜ਼ਿਆਦਾ ਖੁਸ਼ ਹੋਣਾ। ਟੂ ਸੀ ਸੱਚ ਪੌਂਪ ਐਂਡ ਸਪਲੈਂਡਰ, ਇੰਨੀ ਸ਼ਾਨੋ ਸ਼ੌਕਤ ਵੇਖ ਕੇ ਨਾ, ਵੀ ਕਿੰਨੇ ਵਧੀਆ ਤਰੀਕੇ ਨਾਲ ਵੀ ਉਹ ਬਰਾਤ ਲੈ ਕੇ ਆ ਰਿਹਾ ਸੀ। ਬਹੁਤ ਜਿਹੜਾ ਕੀ ਹੈ, ਜਿਵੇਂ ਕਹਿ ਲਓ ਪੌਂਪ ਐਂਡ ਸਪਲੈਂਡਰ ਦਾ ਮਤਲਬ ਕੀ ਬੇਟੇ, ਵੀ ਜਿਹੜੀ ਬਰਾਤ ਸੀਗੀ ਉਹ ਬੜੀ ਸਜਾਵਟ ਨਾਲ ਲਿਆਂਦੀ ਜਾ ਰਹੀ ਸੀ। ਹੀ ਹੈਡ ਨੈਵਰ ਡ੍ਰੀਮਡ ਦੈਟ ਹਿਜ਼ ਫੋਰਥ ਡਾਟਰ ਵੁੱਡ ਹੈਵ ਸੱਚ ਏ ਗ੍ਰੈਂਡ ਵੈਡਿੰਗ। ਉਸਨੇ ਕਦੇ ਸੁਪਨੇ ਵਿੱਚ ਵੀ ਡ੍ਰੀਮ ਨਹੀਂ ਕੀਤਾ ਸੀ, ਸੋਚਿਆ ਨਹੀਂ ਸੀਗਾ ਵੀ ਉਸਦੀ ਚੌਥੀ ਧੀ ਦੀ ਵਿਆਹ ਇਸ ਤਰ੍ਹਾਂ ਦੀ ਗ੍ਰੈਂਡ ਵੈਡਿੰਗ ਹੋਊਗੀ ਉਹਨਾਂ ਦੀ, ਇੰਨੀ ਮਹਾਨ। ਭੋਲੀਜ਼ ਐਲਡਰ ਸਿਸਟਰਸ ਹੂ ਹੈਡ ਕਮ ਫॉर ਦ ਓਕੇਜ਼ਨ ਵਰ ਐਨਵੀਅਸ ਆਫ ਹਰ ਲੱਕ। ਭੋਲੀ ਦੀਆਂ ਵੱਡੀਆਂ ਸਿਸਟਰਸ ਵੀ ਉਸਦੀ ਲੱਕ ਤੋਂ, ਮਤਲਬ ਕਿ ਉਸਦੀ ਕਿਸਮਤ ਤੋਂ ਐਨਵੀਅਸ ਹੋ ਰਹੀਆਂ ਸੀ, ਉਹਨਾਂ ਨੂੰ ਵੀ ਥੋੜੀ ਜੈਲਸੀ ਹੋ ਰਹੀ ਸੀ ਵੀ ਇਹਦਾ ਤਾਂ ਵਿਆਹ ਬਹੁਤ ਸ਼ਾਨੋ ਸ਼ੌਕਤ ਨਾਲ ਹੋ ਰਿਹਾ। ਨੈਕਸਟ ਪੈਸੇਜ। ਵੈਨ ਦਾ ਆਸਪੀਸ਼ੀਅਸ ਮੋਮੈਂਟ ਕੇਮ ਦਾ ਪ੍ਰੀਸਟ ਸੈਡ ਬ੍ਰਿੰਗ ਦਾ ਬ੍ਰਾਈਡ। ਹੁਣ ਜਦੋਂ ਉਹ ਮੰਗਲਮਈ ਸਮਾਂ ਆਉਂਦਾ ਹੈ, ਜਦੋਂ ਪ੍ਰੀਸਟ ਜਿਹੜਾ ਵਿਆਹ ਕਰਾਉਣ ਵਾਲਾ ਹੁੰਦਾ, ਪੰਡਿਤ ਵਗੈਰਾ, ਉਹ ਕੀ ਕਹਿੰਦਾ, ਬ੍ਰਾਈਡ ਬ੍ਰਿੰਗ ਦਾ ਬ੍ਰਾਈਡ, ਵਧੂ ਨੂੰ ਲਿਆਓ। ਭੋਲੀ ਕਲੈਡ ਇਨ ਰੈੱਡ ਸਿਲਕਨ ਬ੍ਰਾਈਡਲ ਡਰੈਸ, ਹੁਣ ਰੈੱਡ ਕਲਰ ਦੀ ਸਿਲਕ ਦੀ ਉਹਨੇ ਬ੍ਰਾਈਡਲ ਡਰੈਸ ਪਾਈ ਹੋਈ ਸੀ, ਵਿਆਹ ਵਾਲਾ ਪੋਸ਼ਾਕ ਪਾਈ ਹੋਈ ਸੀ। ਵਾਜ਼ ਲੈਡ ਟੂ ਦਾ ਬ੍ਰਾਈਡਸ ਪਲੇਸ ਨੀਅਰ ਦਾ ਸੇਕਰਡ ਫਾਇਰ। ਹੁਣ ਜਿਵੇਂ ਹੁੰਦਾ ਨਾ ਫੇਰੇ ਹੋਣੇ ਆ, ਫਾਇਰ ਸੇਕਰਡ ਮੈਨੇ ਪਵਿੱਤਰ ਹੁੰਦਾ, ਅੱਗ ਜਲਦੀ ਪਈ ਆ, ਹੁੰਦੇ ਆਲੇ ਦੁਆਲੇ ਫੇਰੇ ਹੋਣੇ ਆ, ਤਾਂ ਉਹ ਕਹਿੰਦੇ ਵੀ ਬ੍ਰਾਈਡ ਨੂੰ ਲੈ ਕੇ ਆਓ, ਤੇ ਉਹ ਭੋਲੀ ਆਉਂਦੀ ਹੈ। ਗਾਰਲੈਂਡ ਦਾ ਬ੍ਰਾਈਡ, ਹੁਣ ਕੀ ਕਹਿੰਦੇ ਆ ਵੀ ਬ੍ਰਾਈਡ ਦੇ ਗਲ ਵਿੱਚ ਮਾਲਾ ਪਾਓ। ਵਨ ਆਫ ਹਿਸ ਫਰੈਂਡਸ ਪ੍ਰੋਮਪਟਡ ਬਿਸ਼ੰਬਰਨਾਥ ਨੂੰ ਕਹਿੰਦੇ ਵੀ ਗਲ ਵਿੱਚ ਮਾਲਾ ਪਾ। ਦਾ ਬ੍ਰਾਈਡਗਰੂਮ ਲਿਫਟਡ ਦਾ ਗਾਰਲੈਂਡ ਆਫ ਯੈਲੋ ਮੈਰੀਗੋਲਡਸ, ਏ ਵੂਮਨ ਸਲਿਪਡ ਬੈਕ ਐਂਡ ਸਿਲਕਨ ਵੀਲ ਫਰੋਮ ਦਾ ਬ੍ਰਾਈਡਸ ਫੇਸ। Bishambar took a quick glance. The garland remained poised in his hands. The bride slowly pulled down the wheel over her face. ਹੁਣ ਜਦੋਂ ਇਹ ਗਾਰਲੈਂਡ ਮਤਲਬ ਮਾਲਾ ਪਹਿਨਾਉਣ ਦੀ ਜਿਹੜੀ ਸੈਰਾਮਨੀ ਹੋਣ ਲੱਗੀ ਹੈ, ਤਾਂ ਉਸਦੇ ਚਿਹਰੇ ਤੋਂ, ਬ੍ਰਾਈਡ ਦੇ ਚਿਹਰੇ ਤੋਂ, ਮਤਲਬ ਕਿ ਭੋਲੀ ਦੇ ਚਿਹਰੇ ਤੋਂ ਜਿਹੜੀ ਵੀਲ ਹੈ ਨਾ, ਘੁੰਗਟ ਹੈ, ਵੀਲ ਮੈਨੇ ਘੁੰਗਟ, ਉਹ ਸਲਿੱਪ ਹੋ ਜਾਂਦਾ ਹੈ। ਤਾਂ ਬਿਸ਼ੰਬਰ ਨੂੰ ਇੱਕ ਨਿਗਾਹ ਪੈ ਜਾਂਦੀ ਹੈ, ਕੁਇਕ, ਜਲਦੀ ਜਲਦੀ ਉਸਦੀ ਨਿਗਾਹ ਪੈਂਦੀ ਹੈ, ਤੇ ਉਸਦੇ ਹੱਥ ਵਿੱਚ ਹੀ ਮਾਲਾ ਰਹਿ ਜਾਂਦੀ ਹੈ, ਤੇ ਜਿਹੜੀ ਭੋਲੀ ਹੈ, ਬ੍ਰਾਈਡ ਹੈ, ਉਹ ਦੁਬਾਰਾ ਫਿਰ ਚਿਹਰੇ ਤੇ ਵੀਲ ਨੂੰ, ਘੁੰਗਟ ਨੂੰ ਪੂਰਾ ਫਿਰ ਉਵੇਂ ਕਰ ਲੈਂਦੀ ਹੈ। ਕਹਿਣ ਦਾ ਮਤਲਬ ਇਸ ਦੌਰਾਨ ਬਿਸ਼ੰਬਰ ਭੋਲੀ ਦਾ ਚਿਹਰਾ ਦੇਖ ਲੈਂਦਾ ਹੈ। ਹੈਵ ਯੂ ਸੀਨ ਹਰ, ਸੈਡ ਬਿਸ਼ੰਬਰ ਟੂ ਦਾ ਫਰੈਂਡ ਨੈਕਸਟ ਟੂ ਹਿਮ, ਸ਼ੀ ਹੈਜ਼ ਪੋਕ ਮਾਰਕਸ ਔਨ ਹਰ ਫੇਸ। ਹੁਣ ਬਿਸ਼ੰਬਰ ਆਪਦੇ ਦੋਸਤ ਨੂੰ ਕਹਿੰਦਾ, ਤੂੰ ਚਿਹਰਾ ਦੇਖਿਆ ਸੀ ਉਸਦਾ, ਤੂੰ ਦੇਖਿਆ ਸੀ ਉਸਨੂੰ, ਉਸਦੇ ਚਿਹਰੇ ਤੇ ਤਾਂ ਪੋਕ ਮਾਰਕਸ ਹੈ, ਜਿਹੜੇ ਉਹ ਨਿਸ਼ਾਨ ਹੈ। ਸੋ ਵਟ, ਫਿਰ ਕੀ ਹੋਇਆ? ਯੂ ਆਰ ਨਾਟ ਯੰਗ ਆਈਦਰ, ਵੀ ਜੇ ਉਹਦੇ ਚਿਹਰੇ ਤੇ ਨਿਸ਼ਾਨ ਹੈ ਤੇ ਫਿਰ ਕੀ ਹੋਇਆ?
तू किहड़ा यंग है। मे बी बट इफ आई एम टू मैरी हर फादर मस्ट गिव मी 5000 रुपीज़। परंतु कहता जे मैं उहदे नाल हुण विआह कराना ना तो उसके पिता नूं मैनू 5000 रुपए देने पैणगे। मतलब कि हुण उन्हें की डिमांड कर दी, दहेज की मंग कर दी भी जे मेरे नाल विआह होना है तो फिर किन्ने पैसे देने पैणगे उसनूं 5000 रुपया देना पऊगा। रामलाल went and placed his turban his honor at ਬਿਸ਼ੰਬਰ's feet। ਰਾਮਲਾਲ ਜਾਂਦਾ ਹੈ ਆਪਦੀ ਟਰਬਨ ਨੂੰ ਉਸਦੇ ਮਾਨ ਸਨਮਾਨ ਨੂੰ ਜਿਵੇਂ ਕਹਿ ਲਓ ਉਸਦੇ ਬਿਸ਼ੰਬਰ ਦੇ ਪੈਰਾਂ ਦੇ ਵਿੱਚ ਹੇਠਾਂ ਰੱਖ ਦਿੰਦਾ ਹੈ। ਕਹਿੰਦਾ ਮਤਲਬ ਆਪਦੀ ਪੱਗ ਲਾ ਕੇ ਉਹ ਬਿਸ਼ੰਬਰ ਦੇ ਕਦਮਾਂ 'ਚ ਰੱਖ ਦਿੰਦਾ ਹੈ। ਡੂ ਨਾਟ ਹਿਊਮੀਲੇਟ ਮੀ ਸੋ ਟੇਕ 2000 ਰੁਪੀਜ਼। ਉਹ ਕਹਿੰਦਾ ਮੈਨੂੰ ਇਸ ਤਰ੍ਹਾਂ ਹਿਊਮੀਲੇਟ ਮੇਰੀ ਬੇਇੱਜ਼ਤੀ ਨਾ ਕਰੋ ਤੇ ਮੇਰੇ ਤੋਂ ਨਾ 2000 ਰੁਪਏ ਲੈ। No 5000, no 5000 or we go back। भी 5000 रुपया नहीं तो असीं वापस जाने। कीप योर डॉटर आपकी धी नूं रखो। बी ए लिटल कंसिडरेट प्लीज़। हुण उसका पिता की कहता भी थोड़ा जिहा तुसीं कंसिडरेट बनो, मतलब थोड़ा जिहा साडे बारे सोचो। इफ यू गो बैक आई कैन नैवर शो माई फेस इन द विलेज। जे तुसीं वापस चले गए इंज भी भोली नूं विआहे बिना तो फिर असी आपदे पिंड विच आपदा चेहरा नहीं दिखा पावांगे। दैन आउट विथ 5000। हुण अगों बिशंबर की कहंदा दैन आउट विथ 5000 तो फिर 5000 रुपये कड्ढो। टीयर्स स्ट्रीमिंग डाउन हिज फेस रामलाल वेंट इन ओपनड द सेफ एंड काउंटेड आउट द नोट्स ही प्लेस्ड द बंडल एट ब्राइडग्रूम्स फीट। हुण की करदा रामलाल अंदर जांदा है आपदी सेफ विचों नोट गिनदा ते एक बंडल जिहड़ा उसके कदमां दे कोल रख दिंदा है। नैक्सट पेज। ऑन बिशंबर's greedy face appeared a triumphant smile। हुण बिशंबर नूं लगदा भी मैं जित गया, ट्रायम्फेंट महसूस करदा वो बिशंबर। उहदा ग्रीडी फेस है, लालचियां वाला चेहरा है ते उहदे ते जित वाली स्माइल फील हुंदी है। ही हैड गैम्बल्ड एंड वन। वो एक तरह जुआ खेडदा भी मैं इंज कह देना मैंने तो 5000 मिलणगे तो मैं विआह कराऊंगा नहीं तो नहीं, तो वो जित जाता कह लो। गिव मी द गारलैंड ही अनाउंसड। कहता हाँ फिर मैनू दिओ गारलैंड, मतलब उन्होंने 5000 जो पैसे मिल जाते हैं तो फिर कहता गारलैंड दिओ, फिर मैं माला पाना। वंस अगेन द व्हील वाज स्लिप्ड बैक फ्रॉम द ब्राइड्स फेस बट दिस टाइम हर आइज वर नॉट डाउनकास्ट। एक बारी फिर चेहरे तो ब्राइड के चेहरे तो मतलब भोली के चेहरे तो जी घूंघट आ नीचे होंगे, पर इस बारी उसदियां अखां डाउनकास्ट नहीं होंदियां, नीचे नहीं होंदियां। शी वॉज लुकिंग अप, ऊपर देख रही होंगी है। लुकिंग स्ट्रेट एट हर प्रोस्पैक्टिव हसबैंड, उसके होने वाले पति वाले पासे सीधा वो वेख रही होंदियां। एंड इन हर आइज देयर वॉज नाइदर एंगर नॉर हेट। ना उसके अखां दे विच गुस्सा हुंदा ते ना ही घिरना। ओनली कोल्ड कंटैंप्ट, बिल्कुल कंटैंप्ट, मतलब कि उसके चेहरे ते बिल्कुल भाव डिसरिस्पैक्ट वाले भाव बन जाते हैं। तो हुण की है बई जदों चेहरे तो स्लिप हो जाता है घूंघट, तो इस बारी भोली ने आपदियां अखां नीचे नहीं रखिया होंदियां, सगों फेस टू फेस वो बिशंबर वाले पासे वेख रही है। तो नैक्सट पैरा बिशंबर रेज्ड द गारलैंड टू प्लेस इट राउंड द ब्राइड्स नैक। बिशंबर गारलैंड चुकता है भी मैं हाँ मैं गले पाना। बट बिफोर ही कुड डू सो पोलीज हैंड स्ट्रक आउट लाइक ए स्ट्रीक ऑफ लाइटनिंग एंड द गारलैंड वाज फ्लंग इन टू द फायर। शी गॉट अप एंड थ्रू अवे द व्हील। हुण ज्यों ही वो माला पान लगता है भोली हथ एकदम टकरांदा उहदे ते जिहड़ी माला है वो डिग के सड़ जाती है उहदे विच, जां डिग पैंदी कह लो फायर विच। हथों माला जिहड़े अपने बिशंबर के हथों माला डिग जाती है तो फायर दे विच डिग जाती है। ही गॉट अप एंड थ्रू अवे द व्हील, वो खड़ी हो जाती है तो व्हील जिहड़ी है उहदा घूंघट है वो उत्तों लै जाता है। पिता जी टेक बैक योर मनी। हुण आपदे पिता नूं की कहंदी आ, पिता जी टेक बैक योर मनी, आई एम नॉट गोइंग टू मैरी दिस मैन। हुण देखो हौसला हुंदा,
आई एम नॉट गोइंग टू मैरी दिस मैन, मैं इस बंदे नाल विआह नहीं कराना। रामलाल वाज थंडर स्ट्रक, रामलाल थंडर स्ट्रक, वो एकदम हैरान रह जाता है, सतंब रह जाता है, जिवें कह लो सुन रह जाता है। द गेस्ट्स बिगेन टू विस्पर सो शेमलैस, सो अगली एंड सो शेमलैस। ਹੁਣ ਜਿਹੜੇ ਮਹਿਮਾਨ ਆਏ ਹੁੰਦੇ ਆ ਉਹ ਆਪਸ ਵਿੱਚ ਕਾਨਾਫੂਸੀ ਕਰਨੀ ਸ਼ੁਰੂ ਕਰ ਦਿੰਦੇ ਆ, ਮਤਲਬ ਕਿ ਹੌਲੀ ਹੌਲੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਹੌਲੀ ਆਵਾਜ਼ ਵਿੱਚ ਬੋਲਣਾ ਹੁੰਦਾ, ਵਿਸਪਰ ਕਰਨਾ। ਇੰਨੀ ਬੇਸ਼ਰਮ, ਸੋ ਸ਼ੇਮਲੈਸ, ਇੰਨੀ ਅਗਲੀ ਹੈ ਤੇ ਇੰਨੀ ਸ਼ੇਮਲੈਸ ਆ ਉਹ। ਭੋਲੀ ਆਰ ਯੂ ਕ੍ਰੇਜ਼ੀ, ਭੋਲੀ ਕੀ ਤੂੰ ਪਾਗਲ ਹੈ? ਸ਼ਾਊਟਡ ਰਾਮਲਾਲ, ਰਾਮਲਾਲ ਕਹਿੰਦਾ ਤੂੰ ਪਾਗਲ ਹੈ? ਯੂ ਵਾਂਟ ਟੂ ਡਿਸਗ੍ਰੇਸ ਯੂਅਰ ਫੈਮਿਲੀ, ਤੂੰ ਆਪਦੀ ਪਰਿਵਾਰ ਨੂੰ ਡਿਸਗ੍ਰੇਸ ਕਰਨਾ ਚਾਹਨੀ ਹੈ, ਬੇਇੱਜ਼ਤੀ ਕਰਨਾ ਚਾਹਨੀ ਹੈ। ਹੈਵ ਸਮ ਰਿਗਾਰਡ ਫॉर ਆਵਰ ਇੱਜ਼ਤ, ਸਾਡੀ ਇੱਜ਼ਤ ਦਾ ਧਿਆਨ ਕਰ। ਫॉर द ਸੇਕ ਆਫ ਯੂਅਰ ਇੱਜ਼ਤ ਸੈਡ ਭੋਲੀ, ਆਈ ਵਾਜ਼ ਵਿਲਿੰਗ ਟੂ ਮੈਰੀ ਦਿਸ ਲੇਮ ਓਲਡ ਮੈਨ। ਉਹ ਕੀ ਕਹਿੰਦੀ ਹੈ, ਭੋਲੀ ਕੀ ਕਹਿੰਦੀ, ਮੈਂ ਇਸ ਆਪਣੇ ਪਰਿਵਾਰ ਦੀ ਖਾਤਰ ਹੀ, ਦੀ ਇੱਜ਼ਤ ਦੀ ਖਾਤਰ ਹੀ ਮੈਂ ਇਸ ਬੰਦੇ ਨਾਲ ਵਿਆਹ ਕਰਨ ਦਾ ਸੋਚਿਆ ਸੀ, ਵੀ ਮੈਂ ਤੁਹਾਡੇ ਆਪਣੇ ਪਰਿਵਾਰ ਨੂੰ ਮੈਂ ਡਿਸਗ੍ਰੇਸ ਨਹੀਂ ਕਰਨਾ ਚਾਹੁੰਦੀ ਸੀ, ਵੀ ਜਿਵੇਂ ਤੁਸੀਂ ਫੈਸਲਾ ਕੀਤਾ ਮੈਂ ਵਿਆਹ ਕਰਨ ਨੂੰ ਰਾਜੀ ਹੋ ਗਈ। ਆਈ ਵਾਜ਼ ਵਿਲਿੰਗ ਟੂ ਮੈਰੀ ਦਿਸ ਲੇਮ ਐਂਡ ਓਲਡ ਮੈਨ, ਤੇ ਇਸੇ ਕਰਕੇ ਮੈਂ ਤਾਂ ਇਸ ਬੁੱਢੇ ਤੇ ਲੇਮ ਲੰਗੜੇ ਆਦਮੀ ਨਾਲ ਵਿਆਹ ਕਰਨ ਦਾ ਸੋਚ ਲਿਆ ਸੀ। ਬਟ ਆਈ ਵਿਲ ਨਾਟ ਹੈਵ ਸੱਚ ਏ ਮੀਨ, ਗ੍ਰੀਡੀ ਐਂਡ ਕੰਟੈਂਪਟੇਬਲ ਕੋਵਰਡ ਐਜ਼ ਮਾਈ ਹਸਬੈਂਡ, ਪਰੰਤੂ ਇਸ ਤਰ੍ਹਾਂ ਦੇ ਘਟੀਆ, ਮੀਨ ਮੈਨੇ ਘਟੀਆ, ਲਾਲਚੀ ਤੇ ਘਿਰਣਾਯੋਗ ਬੰਦੇ ਨਾਲ, ਕੋਵਰਡ ਨਾਲ, ਡਰਪੋਕ ਨਾਲ ਮੈਂ, ਉਹ ਮੇਰਾ ਹਸਬੈਂਡ ਦੇ ਤੌਰ ਤੇ ਮੈਨੂੰ ਸਵੀਕਾਰ ਨਹੀਂ। ਆਈ ਵੋਂਟ, ਮੈਂ ਇਹਦੇ ਨਾਲ ਨਹੀਂ ਵਿਆਹ ਕਰਾਉਂਗੀ। ਵਾਟ ਏ ਸ਼ੇਮਲੈਸ ਗਰਲ, ਵੀ ਆਲ ਥਾਟ ਸ਼ੀ ਵਾਜ਼ ਏ ਹਾਰਮਲੈਸ ਡੰਬ ਕਾਓ, ਕਿੰਨੀ ਬੇਸ਼ਰਮ ਲੜਕੀ ਹੈ, ਸ਼ੇਮਲੈਸ ਹੈ, ਤੇ ਇਹ ਅਸੀਂ ਤਾਂ ਸੋਚਿਆ ਸੀ ਇਹ ਹਾਰਮਲੈਸ ਡੰਬ ਕਾਓ ਹੈ, ਇਹ ਤਾਂ ਗੂੰਗੀ ਗਾਂ ਵਰਗੀ ਹੈ। ਭੋਲੀ turned violently on the old woman, yes aunty you are right। ਹੁਣ ਜਿਹੜੀ ਔਰਤ ਬੋਲੀ ਹੁੰਦੀ ਨਾ ਵੀ ਆਪਾਂ ਤਾਂ ਸੋਚਿਆ ਸੀ ਇਹ ਤਾਂ ਗਊ ਵਰਗੀ ਹੈ, ਪਰ ਇਹ ਤਾਂ ਬੜੀ ਬੇਸ਼ਰਮ ਹੈ, ਤਾਂ ਉਸ ਵੱਲ ਪਾਸੇ ਮੁੜਦੀ ਹੈ ਤੇ ਭੋਲੀ ਕੀ ਕਹਿੰਦੀ ਹੈ, ਹਾਂ ਆਂਟੀ ਤੂੰ ਠੀਕ ਹੈ। you all thought I was a dumb driven cow, ਤੁਸੀਂ ਸਾਰਿਆਂ ਨੇ ਸੋਚਿਆ ਵੀ ਮੈਂ ਇੱਕ ਗੂੰਗੀ ਗਾਂ ਹਾਂ। that's why you wanted to hand me over to this heartless creature, ਐਸੇ ਕਰਕੇ ਹੀ ਤੁਸੀਂ ਵੀ ਮੈਨੂੰ ਬੇਜ਼ਬਾਨ ਗਾਂ ਨੂੰ, ਜਿਵੇਂ ਕਹਿ ਲਓ ਉਸ ਤਰ੍ਹਾਂ ਇਸ ਹਾਰਟਲੈਸ ਬੇਦਿਲੇ ਜੀਵ ਨਾਲ ਵਿਆਹਣ ਚੱਲੇ ਸੀ, ਤੁਸੀਂ ਮੈਨੂੰ ਦੇਣ ਚੱਲੇ ਸੀ। ਬਟ ਨਾਓ ਦਾ ਡੰਬ ਕਾਓ ਦਾ ਸਟੈਮਰਿੰਗ ਫੂਲ ਇਜ਼ ਸਪੀਕਿੰਗ, ਪਰੰਤੂ ਹੁਣ ਜਿਹੜੀ ਇਹ ਬੇਜ਼ਬਾਨ ਗਾਂ ਹੈ ਨਾ, ਜਿਹੜੀ ਗੂੰਗੀ ਗਾਂ ਹੈ, ਤੇ ਜਿਹੜਾ ਫੂਲ ਜਿਹਨੂੰ ਤੁਸੀਂ ਸਮਝਦੇ ਸੀ, ਜਿਹੜੀ ਸਟੈਮਰ ਕਰਦੀ ਸੀ, ਹੁਣ ਉਹ ਬੋਲ ਰਹੀ ਹੈ। ਡੂ ਯੂ ਵਾਂਟ ਟੂ ਹੀਅਰ ਮੋਰ, ਤੂੰ ਹੋਰ ਕੋਈ ਸੁਣਨਾ? ਵਿਸ਼ੰਬਰਨਾਥ ਦਾ ਗਰੋਸਰ ਸਟਾਰਟਡ ਟੂ ਗੋ ਬੈਕ ਵਿਦ ਹਿਜ਼ ਪਾਰਟੀ, ਵਿਸ਼ੰਬਰਨਾਥ ਜਿਹੜਾ ਗਰੋਸਰ ਸੀਗਾ ਉਹ ਵਾਪਸ ਆਪਦੀ ਪਾਰਟੀ ਨਾਲ, ਬਰਾਤ ਨਾਲ ਉਹਨੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ। ਦ ਕਨਫਿਊਜ਼ਡ ਬੈਂਡਸਮੈਨ ਥਾਟ ਦਿਸ ਵਾਜ਼ ਦ ਐਂਡ ਆਫ ਦ ਸੈਰੇਮਨੀ ਐਂਡ ਸਟਰਕ ਅਪ ਏ ਕਲੋਜ਼ਿੰਗ ਸੌਂਗ। ਹੁਣ ਬਰਾਤ ਵਾਪਸ ਜਾਣੀ ਹੋਣੀ ਸ਼ੁਰੂ ਹੋ ਗਈ, ਤੇ ਜਿਹੜੇ ਵਾਜਿਆਂ ਵਾਲੇ ਸੀਗੇ ਉਹਨਾਂ ਨੇ ਸੋਚਿਆ ਵੀ ਹਾਂ ਵੀ ਹੁਣ ਸਾਰੀ ਜਿਹੜਾ ਵਿਆਹ ਵਾਲੀਆਂ ਸੈਰੇਮਨੀ ਪੂਰੀਆਂ ਹੋ ਗਈਆਂ, ਤਾਂ ਉਹਨਾਂ ਨੇ ਜਿਵੇਂ ਟੋਲੀ ਤੁਰਨੀ ਹੁੰਦੀ ਆ ਉਹ ਵਾਲਾ ਗੀਤ ਲਾ ਦਿੱਤਾ। ਉਹਨਾਂ ਨੇ ਜਿਹੜਾ ਵਾਜਿਆਂ ਵਾਲੇ ਨੇ ਉਹ ਜਿਹੜਾ ਸੌਂਗ ਹੈ ਉਹ ਸ਼ੁਰੂ ਕਰ ਦਿੱਤਾ। ਰਾਮਲਾਲ ਸਟੂਡ ਰੂਟਡ ਟੂ ਦਾ ਗਰਾਊਂਡ, ਰਾਮਲਾਲ ਉੱਥੇ ਹੀ ਗਰਾਊਂਡ ਤੇ ਰੂਟਡ ਖੜਾ ਰਿਹਾ, ਮਤਲਬ ਉਸੇ ਥਾਂ ਤੇ ਹੀ ਖੜਾ ਰਿਹਾ, ਉਹਦੇ ਪੈਰ ਨਹੀਂ ਹਿੱਲੇ। ਹਿਜ਼ ਹੈਡ ਬੋਰਡ ਲੋ, ਉਸਦਾ ਸਿਰ ਨੀਵਾਂ ਸੀ। ਵਿਦ ਦਾ ਵੇਟ ਆਫ ਗਰੀਫ ਐਂਡ ਸ਼ੇਮ, with the weight of grief, ਦੁੱਖ, ਗਰੀਫ ਮੈਨੇ ਦੁੱਖ, ਐਂਡ ਸ਼ੇਮ, ਸ਼ਰਮ ਨਾਲ ਨੀਵਾਂ ਸੀ ਉਹਦਾ। the flames of the sacred fire slowly died down, ਤੇ ਜਿਹੜੀਆਂ ਫਲੇਮ ਸੀਗੀਆਂ, ਜਿਹੜੀਆਂ ਅੱਗ ਬਲ ਰਹੀ ਸੀ, ਜਿਹੜੀ ਜਿੰਦੇ ਆਲੇ ਦੁਆਲੇ ਉਹਨਾਂ ਦੇ ਫੇਰੇ ਹੋਣੇ ਸੀਗੇ, ਲਾਵਾਂ ਫੇਰੇ ਹੋਣੇ ਸੀਗੇ, ਉਹ ਹੁਣ ਅੱਗ ਬੁਝ ਗਈ ਸੀ। everyone was gone, ਸਾਰੇ ਜਣੇ ਜਾ ਚੁੱਕੇ ਸੀਗੇ। ਰਾਮਲਾਲ turned to Poli and said, but what about you? ਭੋਲੀ ਵਾਲੇ ਪਾਸੇ ਮੁੜ ਕੇ ਮੂੰਹ ਕਰਕੇ ਰਾਮਲਾਲ ਕਹਿੰਦਾ, ਹੁਣ ਤੇਰਾ ਕੀ ਹੋਊਗਾ? what about you? no one will marry you now, ਹੁਣ ਤੇਰੇ ਨਾਲ ਕੋਈ ਵਿਆਹ ਨਹੀਂ ਕਰੂਗਾ। what shall we do with you? ਅਸੀਂ ਤੇਰੇ ਨਾਲ ਕੀ ਕਰਾਂਗੇ? and Sulekha said in a voice that was calm and steady, ਹੁਣ ਸੁਲੇਖਾ ਕੌਣ ਹੈ? ਭੋਲੀ। ਬੜੀ ਕਾਮ, ਬਹੁਤ ਸ਼ਾਂਤ ਆਵਾਜ਼ ਵਿੱਚ ਬੋਲਦੀ ਹੈ ਤੇ ਸਟੈਡੀਲੀ ਬੋਲਦੀ ਹੈ।
डोंट यू वरी पिताजी, पिताजी तुसी चिंता ना करो। इन योर ओल्ड एज आई विल सर्व यू, ਤੁਹਾਡੇ ਬੁਢਾਪੇ ਵਿੱਚ ਮੈਂ ਤੁਹਾਡੀ ਸੇਵਾ ਕਰਾਂਗੀ। ਐਂਡ ਮਦਰ, ਯੂ ਐਂਡ ਮਦਰ ਲਿਖਿਆ ਨਾ, ਯੂ ਐਂਡ ਮਦਰ। ਐਂਡ ਆਈ ਵਿਲ ਟੀਚ ਇਨ ਦਾ ਸੇਮ ਸਕੂਲ ਵੇਅਰ ਆਈ ਲਰਨਡ ਸੋ ਮਚ, ਤੇ ਮੈਂ ਉਸੇ ਸਕੂਲ ਵਿੱਚ ਪੜ੍ਹਾਵਾਂਗੀ ਜਿੱਥੋਂ ਮੈਂ ਬਹੁਤ ਕੁਝ ਸਿੱਖਿਆ ਹੈ। ਇਜ਼ਨਟ ਦੈਟ ਰਾਈਟ ਮੈਮ? ਮੈਮ ਕੀ ਇਹ ਰਾਈਟ ਨਹੀਂ ਹੈ? ਕੋਲ ਉਹਨਾਂ ਦੇ ਜਿਹੜੇ ਮੈਡਮ ਵੀ ਖੜੇ ਆ ਨਾ, ਜਿਨ੍ਹਾਂ ਨੂੰ ਸਿੱਖਿਆ ਦਿੱਤੀ ਸੀਗੀ, ਪੜ੍ਹਾਇਆ ਸੀ, ਲਿਖਾਇਆ ਸੀ। The teacher had all along stood in a corner watching the drama. ਸਾਰਾ ਡਰਾਮਾ ਦੇਖ ਰਹੀ ਸੀ ਟੀਚਰ, ਇੱਕ ਪਾਸੇ ਖੜੀ ਦੇਖ ਰਹੀ ਸੀ। Yes Polly, of course, she replied. ਬਿਲਕੁਲ ਬਿਨਾਂ ਸ਼ੱਕ ਪੋਲੀ, ਤੂੰ ਉੱਥੇ ਹੀ ਪੜ੍ਹਾਏਂਗੀ ਜਿੱਥੇ ਤੂੰ ਪੜ੍ਹੀ ਹੈ। And in her smiling eyes was the light of a deep satisfaction that an artist feels when he contemplates the completion of his masterpiece. ਹੁਣ ਦੇਖੋ, ਟੀਚਰ ਨੇ ਉਹਨੂੰ ਪੜ੍ਹਾਇਆ, ਲਿਖਾਇਆ, ਐਸ ਯੋਗ ਬੁਲਾਇਆ ਵੀ ਉਹ ਐਸ ਬੁਰਾਈ ਦੇ ਵਿਰੁੱਧ, ਐਸ ਜਿਹੜੀ ਡੋਰੀ ਦੇ ਵਿਰੁੱਧ ਬੋਲ ਸਕੇ। ਆਮ ਲੜਕੀਆਂ ਨਹੀਂ ਬੋਲ ਸਕਦੀਆਂ ਸੀ, ਪਰ ਐਸ ਲੜਕੀ ਨੇ ਜਿਹਨੂੰ ਸਾਰੇ ਲੋਕੀ ਇੱਕ ਭੋਲੀ ਸਮਝਦੇ ਸੀਗੇ, ਉਸ ਤਰ੍ਹਾਂ ਦੀ ਬਿਨਾਂ ਸਟੈਮਰ ਕਰਦੀ ਸੀ ਭਾਵੇਂ, ਜੋ ਵੀ ਹੈ, ਉਸ ਤਰ੍ਹਾਂ ਦੀ ਲੜਕੀ ਨੂੰ ਟੀਚਰ ਨੇ ਹੌਲੀ ਹੌਲੀ ਹੌਸਲਾ ਦੇ ਕੇ ਐਸ ਯੋਗ ਬਣਾ ਦਿੱਤਾ ਸੀ ਵੀ ਹੁਣ ਉਹ ਬੁਰਾਈ ਦੇ ਖਿਲਾਫ ਬੋਲ ਸਕਦੀ ਹੈ। ਤਾਂ ਉਹ ਇੱਕ ਸੈਟਿਸਫੈਕਸ਼ਨ ਫੀਲ ਕਰ ਰਹੀ ਸੀ, ਉਸ ਆਰਟਿਸਟ ਵਾਂਗੂ ਫੀਲ ਕਰ ਰਹੀ ਸੀ ਜਿਹਨੇ ਆਪਦੀ ਹੁਣੇ ਹੀ ਇੱਕ ਮਾਸਟਰਪੀਸ ਪੂਰਾ ਕੀਤਾ ਹੋਵੇ, ਇੱਕ ਵਧੀਆ ਇੱਕ ਕਲਾ ਦਾ ਨਮੂਨਾ ਜਿਹੜਾ ਪੂਰਾ ਕਰਕੇ ਉਹ ਹਟਿਆ ਹੋਵੇ, ਉਹਦੇ ਵਾਂਗੂ ਉਹ ਟੀਚਰ ਫੀਲ ਕਰ ਰਹੀ ਸੀ। ਕਹਿਣ ਦਾ ਮਤਲਬ ਕੀ ਹੈ ਵੀ ਟੀਚਰ ਹੁਣ ਮਹਿਸੂਸ ਹੋ ਰਿਹਾ ਸੀ ਵੀ ਜੋ ਸਿੱਖਿਆ ਦੇਣੀ ਚਾਹੁੰਦੀ ਸੀ, ਵੀ ਜੋ ਸਿੱਖਿਆ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ, ਉਸ ਤਰ੍ਹਾਂ ਦੀ ਸਿੱਖਿਆ ਇਸ ਲੜਕੀ ਨੇ ਪੂਰੀ ਕਰ ਲਈ ਹੈ। ਤਾਂ ਬੇਟੇ ਇਹ ਸਾਰਾ ਲੈਸਨ ਸੀਗਾ, ਸਿੱਖਣ ਨੂੰ ਬੜਾ ਕੁਝ ਮਿਲਦਾ ਇਹਦੇ ਤੋਂ। ਆਪਾਂ ਕਾਫੀ ਵਰਡਸ ਇਹਦੇ 'ਚੋਂ ਆਪਾਂ ਪਹਿਲਾਂ ਵੀ ਨੋਟ ਕਰ ਚੁੱਕੇ ਹਾਂ। ਸਿੰਪਲਟਨ ਇੱਕ ਸਿੰਪਲ ਪਰਸਨ ਹੁੰਦਾ ਹੈ। ਨੰਬਰਦਾਰ ਤੁਹਾਨੂੰ ਦੱਸਿਆ ਨਾ, ਜਿਵੇਂ ਨੰਬਰਦਾਰ ਹੁੰਦਾ ਹੈ ਪਿੰਡ ਦਾ ਇੱਕ ਅਫੀਸ਼ੀਅਲ ਜਿਹਨੇ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ। ਸਟੈਮਰ ਕਰਨਾ ਤੁਹਾਨੂੰ ਬੋਲਿਆ ਮੈਂ, ਕੀ ਹੁੰਦਾ ਹੈ? ਹਕਲਾਉਣਾ। ਮੈਟਡ ਦਾ ਮਤਲਬ ਜਿਹੜੇ ਮੈਟਡ ਹੇਅਰ ਵਰਡ ਆਇਆ ਸੀ ਨਾ, ਐਂਟੈਂਗਲਡ ਹੇਅਰ, ਉਲਝੇ ਹੋਏ ਵਾਲ ਜਿਹੜੇ ਹੁੰਦੇ ਆ। ਸਕੁਐਟਡ ਮੈਨੇ ਚੌਂਕੜੀ ਮਾਰ ਕੇ ਬਹਿਣਾ ਜਾਂ ਹੀਲਸ ਤੇ ਬਹਿਣਾ। ਸਕਰਿਡ ਮੈਨੇ ਹੁੰਦਾ ਤੇਜ਼ੀ ਨਾਲ ਦੌੜਨਾ, ਜਿਵੇਂ ਲੜਕੀਆਂ ਤੇਜ਼ੀ ਨਾਲ ਦੌੜ ਕੇ ਜਾਂਦੀਆਂ ਜਦੋਂ ਛੁੱਟੀ ਹੁੰਦੀ ਹੈ। ਗਿਨਿੰਗ ਜਿਹੜਾ ਹੁੰਦਾ ਨਾ, ਜਿਹੜੇ ਕਾਟਨ ਵਾਲੀ ਫੈਕਟਰੀ ਦੀ ਗੱਲ ਕੀਤੀ ਹੈ, ਜਿਹਦੇ ਸੀਡਸ ਅਲੱਗ ਕੀਤੇ ਜਾਂਦੇ, ਜਿਵੇਂ ਆਪਾਂ ਕਹੀਏ ਉਹਦੇ 'ਚੋਂ ਵੜੇਵੇਂ ਅਲੱਗ ਕੱਢੇ ਜਾਂਦੇ ਆ, ਸੀਡਸ ਅਲੱਗ ਕੀਤੇ ਜਾਂਦੇ ਆ। ਡਾਊਨਕਾਸਟ ਮਤਲਬ ਨੀਚੇ ਨੂੰ ਦੇਖਣਾ। ਤਾਂ ਬਾਕੀ ਆਪਾਂ ਨੈਕਸਟ ਜਿਹੜੀ ਵੀਡੀਓ ਦੇ ਵਿੱਚ ਇਹਨਾਂ ਕੁਐਸਚਨ ਨੂੰ ਵੀ ਡਿਸਕਸ ਕਰਾਂਗੇ। ਤਾਂ ਸਾਰੇ ਬੱਚਿਆਂ ਨੇ ਲੈਸਨ ਨੂੰ ਧਿਆਨ ਨਾਲ ਸੁਣ ਲੈਣਾ, ਇਹ ਜ਼ਰੂਰੀ ਹੈ। ਕੁਝ ਬੱਚੇ ਇਸ ਚੀਜ਼ ਨੂੰ ਇਗਨੋਰ ਕਰ ਰਹੇ ਹੈ, ਤਾਂ ਬੇਟੇ ਅੱਜ ਨਹੀਂ ਤਾਂ ਕੱਲ੍ਹ ਇਹ ਤੁਹਾਨੂੰ ਸੁਣਨੇ ਤਾਂ ਪੈਣਾ ਹੀ ਹੈ, ਤਾਂ ਹੀ ਪੜ੍ਹਾਈ ਹੋਣੀ ਹੈ, ਅਦਰਵਾਈਜ਼ ਪੜ੍ਹਾਈ ਨਹੀਂ ਹੋ ਸਕਣੀ। ਤਾਂ ਲੈਸਨ ਨੂੰ 2 ਵਾਰੀ ਸੁਣ ਲਓ ਤਾਂ ਪੂਰੀ ਸਮਝ ਲੱਗ ਜਾਊਗੀ। ਦੁਬਾਰਾ ਇੱਕ ਤੁਸੀਂ ਚਲਾ ਕੇ ਸੁਣ ਸਕਦੇ ਹੋ, ਜਿਹੜੇ ਟਾਈਮ 'ਤੇ ਤੁਹਾਡਾ ਦਿਲ ਕਰਦਾ ਉਦੋਂ ਸੁਣ ਸਕਦੇ ਹੋ। ਠੀਕ ਹੈ, ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੁਣ ਇਸ ਦੇ ਕੁਐਸਚਨ ਦੇਖਾਂਗੇ ਬੇਟੇ। ਥੈਂਕ ਯੂ।